ਓਮ ਸ਼ਾਂਤੀ। ਅੱਜ ਪਿਆਰੇ ਬਾਪ ਦਾਦਾ ਦੇ 3/8/2021 ਦੇ ਮਹਾਵਚਨ। ਪਿਆਰੇ ਬਾਪ ਦਾਦਾ ਨੇ ਅੱਜ ਦੀ ਮੁਰਲੀ ਵਿੱਚ ਆਪਣੇ ਪਿਆਰੇ ਬੱਚਿਆਂ ਨੂੰ ਕਿਹਾ, ਮਿੱਠੇ ਬੱਚੇ, ਬਾਪ ਦਾਦਾ ਦੀ ਯਾਦ ਪਿਆਰ ਲੈਣੀ ਹੈ ਤਾਂ ਸਰਵਿਸੇਬਲ ਬਣੋ। ਬੁੱਧੀ ਵਿੱਚ ਗਿਆਨ ਭਰਪੂਰ ਹੈ ਤਾਂ ਵਰਖਾ ਕਰੋ, ਮਨਾ ਬਰਸਾਤ ਕਰੋ ਗਿਆਨ ਦੀ। ਪ੍ਰਸ਼ਨ ਹੈ, ਕਿਹੜਾ ਨਸ਼ਾ ਭਰੇ ਹੋਏ ਬੱਦਲਾਂ ਨੂੰ ਵੀ ਉਡਾ ਕੇ ਲੈ ਜਾਂਦਾ, ਬਰਸਣ ਨਹੀਂ ਦਿੰਦਾ ਹੈ? ਉੱਤਰ ਹੈ, ਅਗਰ ਫਾਲਤੂ ਦੇ ਅਭਿਮਾਨ ਦਾ ਨਸ਼ਾ ਆਇਆ ਤਾਂ ਭਰੇ ਹੋਏ ਬੱਦਲ ਵੀ ਉੱਡ ਜਾਣਗੇ, ਬਰਸਣਗੇ ਵੀ ਤਾਂ ਸਰਵਿਸ ਦੇ ਬਦਲੇ ਡਿਸਸਰਵਿਸ ਕਰਨਗੇ। ਅਗਰ ਬਾਬਾ ਨਾਲ ਪਿਆਰ ਨਹੀਂ, ਉਸ ਨਾਲ ਯੋਗ ਨਹੀਂ, ਤਾਂ ਗਿਆਨ ਹੁੰਦੇ ਹੋਏ ਵੀ ਜਿਵੇਂ ਖਾਲੀ ਹਨ। ਇਸ ਤਰ੍ਹਾਂ ਖਾਲੀ ਬੱਦਲ ਅਨੇਕਾਂ ਦਾ ਕਲਿਆਣ ਕਿਵੇਂ ਕਰਨਗੇ? ਓਮ ਸ਼ਾਂਤੀ। ਬਾਕੀ ਥੋੜੇ ਬੱਦਲ ਬਚੇ ਹਨ। ਜਿਵੇਂ ਬਰਸਾਤ ਘੱਟ ਹੋ ਜਾਂਦੀ ਹੈ ਤਾਂ ਸਾਗਰ ਦੇ ਉੱਪਰ ਬੱਦਲ ਨਹੀਂ ਹੁੰਦੇ, ਠੰਡੇ ਹੋ ਜਾਂਦੇ ਹਨ। ਇਸੇ ਤਰ੍ਹਾਂ ਇੱਥੇ ਵੀ ਠੰਡੇ ਹੋ ਜਾਂਦੇ ਹਨ। ਬੱਦਲ ਉਹਨਾਂ ਨੂੰ ਕਹਾਂਗੇ ਜੋ ਰਿਫਰੈਸ਼ ਹੋ ਕੇ ਜਾ ਕੇ ਬਰਸਾਤ ਬਰਸਾਉਂਦੇ ਹਨ। ਅਗਰ ਕੋਈ ਬਰਸਾਤ ਨਹੀਂ ਕਰਦੇ ਤਾਂ ਉਹਨਾਂ ਨੂੰ ਬੱਦਲ ਥੋੜ੍ਹੀ ਕਹਾਂਗੇ। ਇਹ ਹੈ ਗਿਆਨ ਦੇ ਬੱਦਲ, ਉਹ ਹਨ ਪਾਣੀ ਦੇ ਬੱਦਲ। ਗਿਆਨ ਦੇ ਬੱਦਲ ਆਉਂਦੇ ਜਦੋਂ ਸੀਜ਼ਨ ਹੁੰਦੀ ਹੈ, ਰਿਫਰੈਸ਼ ਹੋ ਕੇ ਜਾ ਕੇ ਹੋਰਾਂ ਨੂੰ ਵੀ ਰਿਫਰੈਸ਼ ਕਰਦੇ। ਮਧੂਬਨ ਜਾਂਦੇ, ਬਾਪ ਦਾਦਾ ਨੂੰ ਮਿਲਣ ਮਨਾਉਂਦੇ, ਸਥਿਤੀ ਅੱਛੀ ਬਣਦੀ ਔਰ ਫਿਰ ਆ ਕੇ ਰਿਫਰੈਸ਼ ਕਰਦੇ। ਬੱਦਲ ਵੀ ਨੰਬਰਵਾਰ ਹੁੰਦੇ ਹਨ, ਕੋਈ ਤਾਂ ਬਹੁਤ ਜ਼ੋਰ ਨਾਲ ਬਰਸਦੇ ਹਨ। ਬੱਦਲਾਂ ਦਾ ਕੰਮ ਹੀ ਹੈ ਬਰਸਣਾ ਅਤੇ ਮੁਰਝਾਏ ਹੋਏ ਪੌਦਿਆਂ ਨੂੰ ਰਿਫਰੈਸ਼ ਕਰ ਦੇਣਾ। ਜਿਨ੍ਹਾਂ ਵਿੱਚ ਪੂਰਾ ਗਿਆਨ ਹੈ ਉਹ ਛਿਪ ਕੇ ਨਹੀਂ ਬੈਠਦੇ। ਉਹਨਾਂ ਨੂੰ ਬਾਬਾ ਦਾ ਡਾਇਰੈਕਸ਼ਨ ਵੀ ਨਹੀਂ ਚਾਹੀਦਾ। ਹੈ ਹੀ ਬੱਦਲ, ਆਉਂਦੇ ਵੀ ਭਰ ਕੇ ਹਨ ਬਰਸਣ ਦੇ ਲਈ। ਇੱਥੇ ਦੇਖੋ, ਜਿੱਥੇ ਦੇਖੋ ਕਲਰਾਠੀ ਮਨਾ ਸਖਤ ਜ਼ਮੀਨ ਹੈ ਤਾਂ ਜਾ ਕੇ ਉਸ ਨੂੰ ਸਬਜ਼ ਕਰਨਾ ਹੈ, ਮਨਾ ਹਰੀ ਭਰੀ ਕਰਨਾ ਹੈ। ਫਿਰ ਬਾਬਾ ਕਹਿ ਰਹੇ, ਮਹਾਰਥੀ ਬੱਚੇ ਤਾਂ ਹੁਣ ਸਾਰੇ ਸੈਂਟਰਸ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਕਿਹੜਾ ਸੈਂਟਰ ਠੰਡਾ ਹੈ, ਕਿਸ ਸੈਂਟਰਸ ਦੇ ਬੱਚਿਆਂ ਨੂੰ ਜ਼ਿਆਦਾ ਤੂਫਾਨ ਆਉਂਦੇ ਹਨ। ਮਹਾਰਥੀ ਸਰਵਿਸੇਬਲ ਚੰਗੀ ਤਰ੍ਹਾਂ ਜਾਣਦੇ ਹਨ। ਬਾਬਾ ਵੀ ਹਮੇਸ਼ਾ ਕਹਿੰਦੇ ਹਨ, ਸਰਵਿਸੇਬਲ ਬੱਚਿਆਂ ਨੂੰ ਯਾਦ ਪਿਆਰ ਦੇਣਾ। ਚੰਗੇ ਚੰਗੇ ਬੱਦਲ ਸਰਵਿਸ ਤੇ ਜਾਣਗੇ। ਪ੍ਰਦਰਸ਼ਨੀ ਵਿੱਚ ਵੀ ਕੋਈ ਸਾਰੇ ਇੱਕ ਰਸਤਾ ਨਹੀਂ ਸਮਝਾਉਂਦੇ ਨਾ। ਮੁੱਖ ਗੱਲ ਹੀ ਇਹ ਹੈ, ਗੀਤਾ ਦਾ ਭਗਵਾਨ ਨਿਰਾਕਾਰ ਪਰਮ ਪਿਤਾ ਪਰਮਾਤਮਾ ਹੈ, ਨਾ ਕਿ ਸਾਕਾਰੀ ਸ੍ਰੀ ਕ੍ਰਿਸ਼ਨ। ਸਮਝਾਉਣ ਦਾ ਬੜਾ ਵਧੀਆ ਢੰਗ ਹੋਣਾ ਚਾਹੀਦਾ ਹੈ। ਸਾਰਾ ਦਿਨ ਇਹ ਖਿਆਲਾਤ ਰਹਿਣੇ ਚਾਹੀਦੇ ਹਨ ਕਿ ਸਾਰਿਆਂ ਨੂੰ ਜਾ ਕੇ ਜਗਾਈਏ। ਸਾਰੇ ਘੋਰ ਹਨੇਰੇ ਵਿੱਚ ਪਏ ਹਨ, ਸਭ ਨੂੰ ਪ੍ਰੇਮ ਨਾਲ ਸਮਝਾਉਂਦੇ ਰਹੋ ਕਿ ਦੋ ਬਾਪ ਹਨ, ਇੱਕ ਹੈ ਹੱਦ ਦਾ, ਦੂਸਰਾ ਹੈ ਬੇਹੱਦ ਦਾ। ਬੇਹੱਦ ਦੇ ਬਾਪ ਨੂੰ ਪਤਿਤ ਪਾਵਨ ਕਹਿੰਦੇ ਹਨ। ਹੁਣ ਤੁਹਾਨੂੰ ਬੱਚਿਆਂ ਨੂੰ ਬੁੱਧੀ ਮਿਲੀ ਹੈ। ਸਾਰੀ ਦੁਨੀਆ ਦੇ ਮਨੁੱਖ ਦੇਖਣ ਵਿੱਚ ਬੇਸ਼ੱਕ ਭਬਕੇ ਵਾਲੇ ਹਨ, ਪਰੰਤੂ ਹੈ ਤਾਂ ਪੱਥਰ ਬੁੱਧੀ ਨਾ। ਬਾਬਾ ਖੁਦ ਕਹਿੰਦੇ ਹਨ ਕਿ ਇਹਨਾਂ ਸਾਧੂ ਨਾਮ ਵਾਲਿਆਂ ਨੂੰ ਦਾ ਵੀ ਮੈਂ ਉਧਾਰ ਕਰਨਾ ਹੈ। ਉਹ ਰਚਿਤਾ ਰਚਨਾ ਨੂੰ ਜਾਣਦੇ ਹੀ ਨਹੀਂ। ਬਾਪ ਤਾਂ ਪਤਿਤ ਪਾਵਨ ਹੈ, ਉਹ ਬੈਠ ਕੇ ਰਾਜ ਯੋਗ ਸਿਖਾਉਂਦੇ ਹਨ। ਤਾਂ ਜ਼ਰੂਰ ਰਾਜਾਈ ਦੇ ਲਈ ਨਵੀਂ ਦੁਨੀਆ ਚਾਹੀਦੀ ਹੈ। ਬਾਬਾ ਆ ਕੇ ਰਾਜ ਯੋਗ ਸਿਖਾਉਣਗੇ। ਹੁਣ ਇਹ ਤੁਹਾਨੂੰ ਪਤਾ ਲੱਗਿਆ ਹੈ, ਜਿਨ੍ਹਾਂ ਨੇ ਕਲਪ ਪਹਿਲਾਂ ਸਮਝਾਇਆ ਹੋਵੇਗਾ।
ਉਹਨਾਂ ਨੂੰ ਹੀ ਸਮਝਾਉਣਗੇ, ਫਿਰ ਸਮਝਣਗੇ। ਇਹ ਲੜਾਈ ਕੋਈ ਉਹ ਨਹੀਂ ਹੈ ਜਿਵੇਂ ਹਮੇਸ਼ਾ ਚੱਲਦੀ ਆਈ, 8-10 ਸਾਲ ਚੱਲ ਕੇ ਫਿਰ ਬੰਦ ਹੋ ਜਾਵੇਗੀ। ਡਰਾਮਾ ਅਨੁਸਾਰ ਜੋ ਬੰਬ ਆਦਿ ਬਣੇ ਹਨ, ਉਹ ਕੋਈ ਰੱਖਣ ਦੇ ਲਈ ਨਹੀਂ ਹਨ। ਪਤਿਤ ਮਨੁੱਖਾਂ ਦਾ ਮੌਤ ਹੋਣ ਤੋਂ ਬਗੈਰ ਤਾਂ ਸਤਯੁਗ ਆਵੇਗਾ ਨਹੀਂ। ਸ਼ਾਂਤੀ ਕਿਵੇਂ ਸਥਾਪਨ ਹੋਵੇ, ਇਹ ਵੀ ਤਾਂ ਸਮਝਾਉਣਾ ਪਵੇ ਨਾ। ਅੱਗੇ ਬਾਬਾ ਕਹਿ ਰਹੇ ਕਿ ਬਾਪ ਕਹਿੰਦੇ ਹਨ, ਹੋਰ ਸੰਗ ਬੁੱਧੀ ਦਾ ਯੋਗ ਤੋੜ, ਇੱਕ ਸੰਗ ਜੋੜਨਾ ਹੈ। ਦੇਹ ਸਹਿਤ ਜੋ ਕੁਝ ਦੇਖਣ ਵਿੱਚ ਆਉਂਦਾ, ਇਹਨਾਂ ਸਭ ਤੋਂ ਤੋੜਨਾ ਹੈ। ਅਸੀਂ ਹੁਣ ਵਾਪਸ ਜਾਣਾ ਹੈ ਤਾਂ ਘਰ ਨੂੰ ਯਾਦ ਕਰਨਾ ਹੈ। ਹੁਣ ਤੁਸੀਂ ਸਮਝਦੇ ਹੋ ਕਿ ਇਹ ਤਾਂ ਹੈ ਹੀ ਮਰਤੂ ਲੋਕ। ਅਸੀਂ ਅਮਰ ਲੋਕ ਵਿੱਚ ਜਾਣ ਲਈ ਅਮਰ ਕਥਾ ਸੁਣ ਰਹੇ ਹਾਂ। ਦੇਵਤਿਆਂ ਨੂੰ ਕਿਹਾ ਜਾਂਦਾ ਦੇਵੀ ਗੁਣ ਵਾਲੇ ਮਨੁੱਖ, ਇੱਥੇ ਤਾਂ ਇੱਕ ਵੀ ਹੋ ਨਾ ਸਕੇ। ਸ੍ਰੀ ਕ੍ਰਿਸ਼ਨ ਦੇ ਲਈ ਵੀ ਦੇਖੋ ਕਿੰਨੀ ਗਲਾਨੀ ਲਿਖ ਦਿੱਤੀ, ਕੁਝ ਵੀ ਬੁੱਧੀ ਵਿੱਚ ਨਹੀਂ ਆਉਂਦਾ। ਤੁਹਾਨੂੰ ਬੱਚਿਆਂ ਨੂੰ ਹੁਣ ਚੰਗੀ ਤਰ੍ਹਾਂ ਪੁਰਸ਼ਾਰਥ ਕਰਨਾ ਚਾਹੀਦਾ ਹੈ, ਦੇਵੀ ਗੁਣ ਧਾਰਨ ਕਰਨੇ ਹਨ। ਦੇਵੀ ਗੁਣ ਕਿਸ ਨੂੰ ਕਿਹਾ ਜਾਂਦਾ, ਇਹ ਵੀ ਸਮਝਾਇਆ ਜਾਂਦਾ ਹੈ। ਸੰਪੂਰਨ ਨਿਰਵਿਕਾਰੀ ਜ਼ਰੂਰ ਬਣਨਾ ਹੈ, ਇਹ ਹੈ ਪਹਿਲਾ ਮੁੱਖ ਗੁਣ। ਜਿੱਥੇ ਕਿਤੇ ਵੀ ਤੁਸੀਂ ਦੇਖੋਗੇ, ਪਵਿੱਤਰ ਦੇ ਅੱਗੇ ਜਾ ਕੇ ਅਪਵਿੱਤਰ ਮੱਥਾ ਟੇਕਦੇ ਹਨ। ਸਤਯੁਗ ਵਿੱਚ ਹੁੰਦੇ ਪਵਿੱਤਰ ਤਾਂ ਉੱਥੇ ਮੰਦਿਰ ਆਦਿ ਨਹੀਂ ਹੁੰਦੇ। ਜਦੋਂ ਪੁਜਾਰੀ ਬਣਦੇ ਤਾਂ ਮੰਦਿਰ ਬਣਦੇ। ਜੋ ਪਾਵਨ ਸੀ ਉਹੀ ਪਤਿਤ ਬਣਦੇ। ਇਹ ਹੁਣ ਬਹੁਤ ਅੰਤ ਦਾ ਜਨਮ ਹੈ ਨਾ, ਬਹੁਤ ਜਨਮਾਂ ਦੇ ਅੰਤ ਦਾ ਜਨਮ ਹੈ। ਇਹ ਪੁਰਾਣੀ ਦੁਨੀਆ ਨੇ ਹੁਣ ਖਤਮ ਹੋਣਾ ਹੈ। ਬਾਪ ਕਹਿੰਦੇ ਹਨ ਬੱਚਿਆਂ ਨੂੰ, ਆਪਣੇ ਨੂੰ ਆਤਮਾ ਸਮਝ, ਮੈਨੂੰ ਬਾਪ ਨੂੰ ਯਾਦ ਕਰੋ। ਬੱਚੇ ਜਾਣਦੇ ਹਨ ਕਿ ਬਾਪ ਸਾਨੂੰ ਰਾਜਯੋਗ ਸਿਖਾਉਂਦੇ ਹਨ। ਉਹ ਹੈ ਸਾਰੀਆਂ ਆਤਮਾਵਾਂ ਦਾ ਪਿਤਾ। ਸਾਰੇ ਆਪਸ ਵਿੱਚ ਭਾਈ ਭਾਈ ਹਨ ਨਾ। ਸਤਯੁਗ ਵਿੱਚ ਸਾਰੇ ਭਾਈ ਭਾਈ ਸੁਖੀ ਸੀ, ਕਲਯੁਗ ਵਿੱਚ ਸਾਰੇ ਭਾਈ ਦੁਖੀ ਹੋ ਗਏ। ਇਹ ਆਤਮਾਵਾਂ ਨਰਕ ਵਾਸੀਆਂ ਹੋ ਗਈ। ਬਾਬਾ ਕਹਿੰਦੇ ਤੁਸੀਂ ਆਤਮਾਵਾਂ ਨਰਕ ਵਾਸੀ ਹੋ ਗਏ। ਸਿਰਫ ਆਤਮਾ ਤਾਂ ਨਹੀਂ ਹੋਵੇਗੀ ਨਾ, ਸਰੀਰ ਵੀ ਚਾਹੀਦਾ ਹੈ। ਹੁਣ ਤੁਹਾਨੂੰ ਬੱਚਿਆਂ ਨੂੰ ਆਤਮ ਅਭਿਮਾਨੀ ਬਣਨਾ ਹੈ, ਇਸ ਵਿੱਚ ਮਿਹਨਤ ਹੈ। ਇਹ ਅਵਸਥਾ ਪੱਕੀ ਉਦੋਂ ਹੋਵੇਗੀ ਜਦੋਂ ਪਹਿਲਾਂ ਨਿਸ਼ਚੈ ਹੋਵੇਗਾ ਕਿ ਪਰਮ ਪਿਤਾ ਪਰਮਾਤਮਾ ਸਾਨੂੰ ਪੜ੍ਹਾ ਰਹੇ ਹਨ। ਸੰਸਕਾਰਾਂ ਅਨੁਸਾਰ ਹੀ ਇੱਕ ਸਰੀਰ ਛੱਡ ਕੇ ਦੂਸਰਾ ਧਾਰਨ ਕਰਦੇ ਹੋ। ਬਾਬਾ ਕਹਿ ਰਹੇ ਕਿ ਬੱਚੇ ਜਾਣਦੇ ਹਨ ਬਾਬਾ ਸਾਨੂੰ ਕਿੰਨਾ ਸਹਿਜ ਰਸਤਾ ਦੱਸਦੇ ਹਨ। ਕਹਿੰਦੇ ਹਨ ਮਨ ਮਨਾ ਭਵ। ਇਹ ਅੱਖਰ ਵੀ ਗੀਤਾ ਵਿੱਚ ਹਨ, ਇਸ ਦਾ ਅਰਥ ਕੋਈ ਨਹੀਂ ਸਮਝਦੇ। ਬਾਪ ਕਹਿੰਦੇ ਮਾਮੇ ਕਮ ਯਾਦ ਕਰੋ। ਦੇਹ ਸਹਿਤ ਦੇ ਸਾਰੇ ਸੰਬੰਧਾਂ ਨੂੰ ਛੱਡ ਆਪਣੇ ਨੂੰ ਆਤਮਾ ਸਮਝ, ਮੈਨੂੰ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰੋ। ਯਾਦ ਨੂੰ ਹੀ ਯੋਗ ਅਗਨੀ ਕਿਹਾ ਜਾਂਦਾ ਹੈ। ਯੋਗ ਅੱਖਰ ਤਾਂ ਸਧਾਰਨ ਹੈ, ਗੀਤਾ ਵਿੱਚ ਵੀ ਹੈ, ਪਰੰਤੂ ਸਿਰਫ ਕ੍ਰਿਸ਼ਨ ਦਾ ਨਾਮ ਪਾਉਣ ਨਾਲ ਘੋਰ ਹਨੇਰਾ ਕਰ ਦਿੱਤਾ। ਹੁਣ ਤੁਸੀਂ ਸਮਝਦੇ ਹੋ ਤਾਂ ਕਹਿ ਦਿੰਦੇ ਇਹ ਤੁਹਾਡੀ ਕਲਪਨਾ ਹੈ, ਪਰੰਤੂ ਕੁਝ ਵੀ ਪਤਾ ਨਹੀਂ ਹੈ। ਉਹਨਾਂ ਨੇ ਵਰਸਾ ਤਾਂ ਲੈਣਾ ਹੀ ਨਹੀਂ ਹੈ ਨਾ। ਪਹਿਲਾਂ ਤਾਂ ਜਦੋਂ ਇਹ ਸਮਝਣ ਕਿ ਬੇਹੱਦ ਦਾ ਬਾਪ ਵੀ ਹੈ, ਟੀਚਰ ਵੀ ਹੈ, ਸਤਿਗੁਰੂ ਵੀ ਹੈ, ਉਹ ਸਾਨੂੰ ਪੜ੍ਹਾਉਂਦੇ ਹਨ। ਇਹ ਪੱਕਾ ਨਿਸ਼ਚੈ ਚਾਹੀਦਾ ਹੈ। ਨਵੇਂ ਆਦਮੀ ਨੂੰ ਨਿਸ਼ਚੈ ਬੈਠ ਜਾਵੇ ਥੋੜਾ ਮੁਸ਼ਕਲ ਹੈ। ਕੋਈ ਨਵੇਂ ਵੀ ਸਮਝਦਾਰ ਹੁੰਦੇ ਤਾਂ ਸਮਝ ਜਾਂਦੇ। ਕੋਈ ਤਾਂ ਇੱਥੇ ਆਉਣਾ ਨਹੀਂ ਚਾਹੁੰਦੇ, ਕੁਝ ਵੀ ਸਮਝਦੇ ਨਹੀਂ, ਜਰਾ ਵੀ ਬੁੱਧੀ ਵਿੱਚ ਨਹੀਂ ਬੈਠਦਾ। ਕੋਈ ਪੁੱਛੇ ਤੁਹਾਡੀ ਲਕਸ਼ ਕੀ ਹੈ ਤਾਂ ਬੋਲੋ ਬਾਹਰ ਬੋਰਡ ਤੇ ਲਿਖਿਆ ਹੈ ਪ੍ਰਜਾਪਿਤਾ ਬ੍ਰਹਮਾ ਕੁਮਾਰ ਕੁਮਾਰੀਆਂ, ਤਾਂ ਜ਼ਰੂਰ ਪਰਿਵਾਰ ਹੋ ਗਿਆ ਨਾ। ਦਾਦੇ ਤੋਂ ਵਰਸਾ ਮਿਲਦਾ ਹੈ। ਪ੍ਰਜਾਪਿਤਾ ਬ੍ਰਹਮਾ ਮੁਖ ਦੁਆਰਾ ਸ਼ਿਵ ਬਾਬਾ ਰਚਨਾ ਰਚਦੇ ਹਨ ਤਾਂ ਉਹ ਰਚయిਤਾ ਹੋਇਆ ਨਾ। ਸਵਰਗ ਰਚਦੇ ਹਨ ਤਾਂ ਜ਼ਰੂਰ ਬੱਚਿਆਂ ਨੂੰ ਸਵਰਗ ਦਾ ਵਰਸਾ ਦੇਣਗੇ।
ब्रह्मा द्वारा वर्षा दिंदे ਇਹ ਚੰਗੀ ਤਰ੍ਹਾਂ ਸਮਝਦੇ ਹੋ। ਹੁਣ ਬੋਲੋ, ਇਹ ਤੁਹਾਡੇ ਬਾਪ ਦਾ ਘਰ ਹੈ। ਇਸ ਨੂੰ ਰੁਦਰ ਗਿਆਨ ਯੱਗ ਵੀ ਕਹਿੰਦੇ। ਅਸੀਂ ਬ੍ਰਾਹਮਣ ਹਾਂ, ਸਿਵਾਏ ਬਾਪ ਦੇ ਹੋਰ ਕੋਈ ਵੀ ਰਾਜਯੋਗ ਸਿਖਾ ਨਹੀਂ ਸਕਦਾ। ਗੀਤਾ ਵਿੱਚ ਵੀ ਹੈ ਕਿ ਮਨ ਮਨਾ ਪਵ ਮਧਿ ਜੀ ਪਵ ਮਾਮੇਕਮ ਯਾਦ ਕਰੋ। ਤਾਂ ਸ਼ੌਕ ਹੋਣਾ ਚਾਹੀਦਾ ਹੈ ਸੇਵਾ ਦਾ। ਬਾਬਾ ਕਹਿੰਦੇ ਸਰਵਿਸੇਬਲ ਬੱਚਿਆਂ ਨੂੰ ਆਰਾਮ ਨਾਲ ਨਹੀਂ ਸੌਣਾ ਚਾਹੀਦਾ। ਆਰਾਮ ਤਾਂ ਹਰਾਮ ਹੈ। ਜੋ ਵੀ ਆਪਣੇ ਨੂੰ ਮਹਾਰਥੀ ਸਮਝਦੇ ਉਹਨਾਂ ਨੇ ਸੁੱਖ ਨਾਲ ਨਹੀਂ ਸੌਣਾ ਹੈ। ਸਰਵਿਸ ਤੇ ਚੱਕਰ ਲਗਾਉਣਾ ਚਾਹੀਦਾ ਹੈ। ਅੱਜ ਕੱਲ੍ਹ ਬਾਬਾ ਪ੍ਰਦਰਸ਼ਨੀਆਂ ਬਹੁਤ ਬਣਵਾਉਂਦੇ ਰਹਿੰਦੇ ਹਨ। ਵੱਡਿਆਂ ਵੱਡਿਆਂ ਨੂੰ ਨਿਮੰਤਰਣ ਭੇਜੋ, ਹੁਣ ਨਹੀਂ ਤਾਂ ਪਿੱਛੇ ਆ ਜਾਣਗੇ। ਸਾਧੂ ਸੰਤ ਮਹਾਤਮਾ ਕੋਈ ਵੀ ਹੋ ਜਗਾਉਂਦੇ ਰਹੋ, ਪਰੰਤੂ ਗੱਲ ਕਰਨ ਵਾਲਾ ਕੋਈ ਮਹਾਰਥੀ ਚਾਹੀਦਾ ਹੈ। ਜਿਨ੍ਹਾਂ ਦਾ ਯੋਗ ਨਹੀਂ, ਪਿਆਰ ਨਹੀਂ, ਉਹ ਤਾਂ ਜਿਵੇਂ ਖਾਲੀ ਬੱਦਲ ਹਨ। ਉਹ ਕੀ ਕਰਨਗੇ? ਇਹ ਤਾਂ ਜਾਣਦੇ ਹੋ ਪੜ੍ਹੇ ਹੋਏ ਦੇ ਅੱਗੇ ਅਨਪੜ੍ਹੇ ਭਰੀ ਟੋਣਗੇ। ਹਰ ਇੱਕ ਖੁਦ ਨੂੰ ਸਮਝ ਸਕਦੇ ਹਨ ਕਿ ਅਸੀਂ ਕਿੱਥੋਂ ਤੱਕ ਪੜ੍ਹੇ ਹੋਏ ਹਾਂ। ਸਰਵਿਸ ਕਰਕੇ ਦਿਖਾਉਂਦਾ ਹਾਂ। ਅਗਰ ਬੱਦਲ ਭਰਿਆ ਹੋਵੇਗਾ ਵਰਸੇਗਾ ਨਹੀਂ ਤਾਂ ਬੱਦਲ ਹੀ ਕੀ ਕੰਮ ਦਾ ਹੋਵੇਗਾ। ਹਰ ਇੱਕ ਨੂੰ ਸਮਝ ਚਾਹੀਦੀ ਹੈ। ਫਾਲਤੂ ਦੇ ਅਭਿਮਾਨ ਦੇ ਨਸ਼ੇ ਵਿੱਚ ਰਹੋਗੇ ਤਾਂ ਉੱਚਾ ਪਦ ਹਮੇਸ਼ਾ ਲਈ ਗਵਾ ਦੇਵੋਗੇ। ਬਾਬਾ ਨੂੰ ਤਾਂ ਸਰਵਿਸ ਦਾ ਬਹੁਤ ਸ਼ੌਕ ਰਹਿੰਦਾ ਹੈ। ਬਾਬਾ ਕਹਿੰਦੇ ਸੱਚੀ ਸੇਵਾ ਕਰ ਮਨੁੱਖਾਂ ਨੂੰ ਦੇਵਤਾ ਬਣਾਉਣਾ ਹੈ। ਬਾਬਾ ਨੂੰ ਤਾਂ ਵੰਡਰ ਲੱਗਦਾ ਹੈ ਕਿ ਨਸ਼ਾ ਚੜ੍ਹਦਾ ਨਹੀਂ। ਇਸ ਲਈ ਬਾਬਾ ਕਹਿੰਦੇ ਰਜੋ ਬੁੱਧੀ ਹਨ, ਚਾਂਸ ਤਾਂ ਬਹੁਤ ਮਿਲਦਾ ਹੈ। ਇਸ ਤਰ੍ਹਾਂ ਵੀ ਬਹੁਤ ਹਨ ਜਿਨ੍ਹਾਂ ਨੂੰ ਨੌਲੇਜ ਦਾ ਘਮੰਡ ਬਹੁਤ ਹੈ, ਪਰੰਤੂ ਸਰਵਿਸ ਦੇ ਬਦਲੇ ਡਿਸਸਰਵਿਸ ਕਰਦੇ ਹਨ। ਇਹ ਤਾਂ ਗੁੜ ਜਾਣੇ ਜਾਂ ਗੁੜ ਦੀ ਗੋਥਰੀ ਜਾਣੇ। ਰਾਹੂ ਦਾ ਗ੍ਰਹਿਣ ਬੈਠ ਜਾਂਦਾ ਹੈ। ਬ੍ਰਹਸਪਤੀ ਦੀ ਦਸ਼ਾ ਉਤਰ ਕੇ ਰਾਹੂ ਦੀ ਬੈਠ ਜਾਂਦੀ ਹੈ। ਬੱਚਿਆਂ ਨੂੰ ਬਹੁਤ ਬਹਾਦਰ ਹੋਣਾ ਚਾਹੀਦਾ ਹੈ। ਪਾਨ ਦਾ ਬੀੜਾ ਉਠਾਉਣਾ। ਇਸ ਭਾਰਤ ਨੂੰ ਅਸੀਂ ਸਵਰਗਵਾਸੀ ਬਣਾ ਕੇ ਹੀ ਛੱਡਾਂਗੇ। ਅੱਛਾ, ਮਿੱਠੇ ਮਿੱਠੇ ਸਿੱਕੀ ਲੱਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ ਹੈ। ਪਹਿਲਾ ਪੁਆਇੰਟ, ਬੰਧਨ ਮੁਕਤ ਬਣ। ਭਾਰਤ ਦੀ ਸੱਚੀ ਸੇਵਾ ਕਰਨੀ ਹੈ। ਰੂਹਾਨੀ ਸੇਵਾ ਕਰ। ਮਨੁੱਖ ਨੂੰ ਦੇਵਤਾ ਬਣਾਉਣਾ ਹੈ। ਗਿਆਨ ਦੇ ਘਮੰਡ ਵਿੱਚ ਨਹੀਂ ਆਉਣਾ ਹੈ। ਰੂਹਾਨੀ ਨਸ਼ੇ ਵਿੱਚ ਰਹਿਣਾ ਹੈ। ਦੂਸਰਾ, ਨਿਸ਼ਚੈ ਬੁੱਧੀ ਬਣ। ਪਹਿਲਾਂ ਆਪਣੀ ਅਵਸਥਾ ਪੱਕੀ ਕਰਨੀ ਹੈ। ਦੇਹ ਸਹਿਤ ਜੋ ਕੁਝ ਦੇਖਣ ਵਿੱਚ ਆਉਂਦਾ ਹੈ ਉਸ ਤੋਂ ਤੋੜਨਾ ਹੈ ਅਤੇ ਇੱਕ ਬਾਪ ਦੇ ਨਾਲ ਜੋੜਨਾ ਹੈ। ਵਰਦਾਨ ਹੈ, ਬਾਪ ਦੇ ਸੰਸਕਾਰਾਂ ਨੂੰ ਆਪਣਾ ਨਿੱਜੀ ਸੰਸਕਾਰ ਬਣਾਉਣ ਵਾਲੇ ਵਿਅਰਥ ਵਾ ਪੁਰਾਣੇ ਸੰਸਕਾਰਾਂ ਤੋਂ ਮੁਕਤ ਭਵ। ਕੋਈ ਵੀ ਵਿਅਰਥ ਸੰਕਲਪ ਵਾ ਪੁਰਾਣੇ ਸੰਸਕਾਰ ਦੇ ਅਭਿਮਾਨ ਦੇ ਸੰਬੰਧ ਨਾਲ ਹਨ। ਆਤਮਿਕ ਸਰੂਪ ਦੇ ਸੰਸਕਾਰ ਬਾਪ ਸਮਾਨ ਹੋਣਗੇ। ਜਿਵੇਂ ਬਾਪ ਸਦਾ ਵਿਸ਼ਵ ਕਲਿਆਣਕਾਰੀ, ਪਰਉਪਕਾਰੀ, ਰਹਿਮ ਦਿਲ, ਵਰਦਾਤਾ ਹੈ, ਇਸ ਤਰ੍ਹਾਂ ਖੁਦ ਦੇ ਸੰਸਕਾਰ ਨੈਚੁਰਲ ਬਣ ਜਾਣ। ਸੰਸਕਾਰ ਬਣਨਾ ਅਰਥਾਤ ਸੰਕਲਪ, ਬੋਲ ਅਤੇ ਕਰਮ ਆਪਣੇ ਆਪ ਹੀ ਉਸੇ ਪ੍ਰਮਾਣ ਚੱਲਣਾ। ਜੀਵਨ ਵਿੱਚ ਸੰਸਕਾਰ ਇੱਕ ਚਾਬੀ ਹਨ ਜਿਸ ਨਾਲ ਆਪਣੇ ਆਪ ਹੀ ਚੱਲਦੇ ਰਹਿੰਦੇ ਹਨ। ਫਿਰ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਰਹਿੰਦੀ। ਅੱਛਾ ਸਲੋਗਨ ਹੈ ਅੱਜ ਦਾ, ਆਤਮਿਕ ਸਥਿਤੀ ਵਿੱਚ ਸਥਿਤ ਰਹੇ। ਆਪਣੇ ਰਥ ਮਨ ਸਰੀਰ ਦੁਆਰਾ ਕੰਮ ਕਰਾਉਣ ਵਾਲੇ ਹੀ ਸੱਚੇ ਪੁਰਸ਼ਾਰਥੀ ਹਨ। ਓਮ ਸ਼ਾਂਤੀ।